ਸਾਡੇ ਸਟੂਡੈਂਟਸ ਅੱਜ ਵੀ ਯੂਨੀਫਾਰਮ ਵਿੱਚ ਆਉਂਦੇ ਆ ਐਂਡ ਆਰ ਸਟੂਡੈਂਟਸ ਹੈਵ ਸਰਟਨ ਕਾਈਂਡ ਆਫ ਡੈਕੋਰ ਵਿਚ ਯੂ ਲੁੱਕ ਐਟ them and you realize that yes, they belong to national security's commitment and they have that passion for the national security. They are being trained in that manner. किसी भी फील्ड से हैं, आप नेशनल सिक्योरिटी में जिस तरीके से कंट्रीब्यूट करना चाहते हैं, आपको राष्ट्रीय रक्षा यूनिवर्सिटी एक बार ज़रूर विजिट करनी चाहिए। प्राइवेट ऑर्गेनाइजेशन में भी कर सकते हैं, अपने स्टार्टअप्स भी दे सकते हैं, इंडिपेंडेंट कंसल्टेंसी भी देख सकते हैं, गवर्नमेंट ऑर्गेनाइजेशन तो डेफिनेटली जा सकते हैं। ਤੁਹਾਡੀ ਯੂਨੀਵਰਸਿਟੀ ਤੁਹਾਡੇ ਕੈਂਪਸ ਜਾਂ ਰਿਲੇਟਡ ਜੋ ਡਿਪਾਰਟਮੈਂਟਸ ਨੇ ਉਹਨਾਂ 'ਚ ਕਿੰਨੇ % ਤੱਕ ਬੱਚੇ ਆਬਜ਼ਰਵ ਹੋ ਜਾਂਦੇ ਕੋਰਸ ਖਤਮ ਕਰਦੇ? जो प्लेसमेंट का रेशियो है 85% से ज़्यादा है। ਬੈਂਕ ਦੇ ਵਿੱਚ ਕੈਸ਼ੀਅਰ ਹੈ, ਕੰਮ ਤਾਂ ਉਹ ਕਰ ਰਿਹਾ ਹੈ ਆਪਣੀ ਲਾਈਵਲੀਹੁੱਡ ਲਈ, ਹੈ ਨਾ, ਕਿ ਰੋਜ਼ 9 ਤੋਂ 5 ਡਿਊਟੀ ਆ ਰਿਹਾ, ਪੈਸ਼ਨ ਕਿਤੇ ਹੋਰ ਹੈ। ਹਾਈਬ੍ਰਿਡ ਕੋਰਸਸ ਹਮਾਰੇ ਕਾਫੀ ਸਾਰੇ ਰਹਿੰਦੇ, ਫੈਕਲਟੀ ਦਾ ਨੰਬਰ ਵੀ ਉੱਥੇ ਹੋਏਗਾ, ਤੁਸੀਂ ਉਹਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ ਤੇ ਉੱਥੇ ਚੈਟ ਬੋਟ ਵੀ ਹੈ, ਤੁਸੀਂ ਆਪਣੀ ਕੁਐਰੀ ਲਿਖੋ ਤੇ ਉਹ ਰਿਸਪੌਂਡ ਕਰਨਗੇ, ਆਟੋਮੈਟਿਕ AI ਬੇਸਡ ਚੈਟ ਬੋਟਸ ਵੀ ਹਨ। ਟੂਰਿਜ਼ਮ ਪੁਲਿਸਿੰਗ ਦੇ ਕੋਰਸਸ ਐਂਡ VIP ਸਿਕਿਉਰਿਟੀ ਦੇ ਕੋਰਸਸ ਐਂਡ ਪ੍ਰਾਈਵੇਟ ਸਿਕਿਉਰਿਟੀ ਦੇ ਕੋਰਸਸ ਐਂਡ ਸਟੇਟ ਵਾਈਜ਼ ਜਿੱਦਾਂ ਦੇ ਚੈਲੰਜਸ ਉੱਦਾਂ ਦੀ ਟ੍ਰੇਨਿੰਗ ਆਪਾਂ ਡਿਜ਼ਾਈਨ ਕਰਦੇ ਹਾਂ ਤੇ ਪ੍ਰੋਵਾਈਡ ਕਰਦੇ ਹਾਂ। ਜਦੋਂ ਦੇਸ਼ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਤੁਹਾਡੇ ਮਨਾਂ ਦੇ ਵਿੱਚ ਇੱਕ ਗੱਲ ਜ਼ਰੂਰ ਆਉਂਦੀ ਹੋਏਗੀ ਕਿ ਦੇਸ਼ ਦੀ ਸੁਰੱਖਿਆ ਦੇ ਲਈ ਸਾਨੂੰ ਡਿਫੈਂਸ ਫੋਰਸਿਸ ਵਿੱਚ ਜਾਣਾ ਚਾਹੀਦਾ ਹੈ, ਪੁਲਿਸ ਦੇ ਵਿੱਚ ਜਾਣਾ ਚਾਹੀਦਾ ਹੈ, ਜਾਂ ਹੋਰ ਕਈ ਤਰੀਕੇ ਨੇ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਦੇਸ਼ ਦੀ ਸੁਰੱਖਿਆ ਕਰ ਸਕਦੇ ਹਾਂ। ਪਰ ਪੜ੍ਹਾਈ ਦੇ ਨਾਲ ਕਿਵੇਂ ਕਰ ਸਕਦੇ ਹਾਂ, ਇਹ ਬਹੁਤ ਜ਼ਰੂਰੀ ਹੈ। ਹਾਲਾਂਕਿ ਪੜ੍ਹਾਈ ਸਾਰੇ ਹੀ ਕਰਦੇ ਹੈ, ਪਰ ਸਿਕਿਉਰਿਟੀ ਦੇ ਲਈ, ਮਤਲਬ ਦੇਸ਼ ਦੀ ਸਿਕਿਉਰਿਟੀ ਦੇ ਲਈ ਪੜ੍ਹਾਈ ਕਿਵੇਂ ਹੋ ਸਕਦੀ ਹੈ ਅਲੱਗ-ਅਲੱਗ ਵਿੰਗਸ ਦੇ ਵਿੱਚ, ਉਸ ਦੇ ਬਾਰੇ ਇਹ ਪੂਰਾ ਵੀਡੀਓ ਹੋਣ ਜਾ ਰਿਹਾ ਜੋ ਤੁਹਾਡੇ ਲਈ ਤੇ ਤੁਹਾਡੇ ਪਰਿਵਾਰ ਲਈ, ਤੁਹਾਡੇ ਬੱਚਿਆਂ ਲਈ ਬਹੁਤ ਲਾਹੇਵੰਦ ਹੋਏਗਾ, ਉਹਨਾਂ ਲੋਕਾਂ ਲਈ ਵੀ ਲਾਹੇਵੰਦ ਹੋਏਗਾ ਜੋ ਲੋਕ ਇਸ ਸਮੇਂ ਡਿਫੈਂਸ ਫੋਰਸਿਸ ਦੇ ਵਿੱਚ ਕੰਮ ਵੀ ਕਰ ਰਹੇ ਨੇ। ਕਿਉਂਕਿ ਮੈਂ ਗੱਲ ਕਰਨ ਜਾ ਰਿਹਾ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਜੋ ਕਿ ਗੁਜਰਾਤ ਦੇ ਵਿੱਚ ਹੈ। ਦੇਸ਼ ਦੇ ਵਿੱਚ ਅਲੱਗ-ਅਲੱਗ ਥਾਵਾਂ 'ਤੇ ਇਸਦੇ ਕੈਂਪਸ ਨੇ। ਇਹ ਯੂਨੀਵਰਸਿਟੀ ਦਾ ਵਿਜ਼ਨ ਕੀ ਹੈ, ਯੂਨੀਵਰਸਿਟੀ ਕਿਸ ਤਰ੍ਹਾਂ ਦੇਸ਼ ਦੀ ਸੁਰੱਖਿਆ ਨੂੰ ਮੋਹਰੀ ਰੱਖ ਕੇ ਕੰਮ ਕਰ ਰਹੀ ਹੈ, ਇਸ ਸਭ ਦੇ ਬਾਰੇ ਗੱਲ ਕਰਾਂਗਾ। ਇਸ ਯੂਨੀਵਰਸਿਟੀ ਦੇ ਜੋ ਡੀਨ ਨੇ ਡਾਕਟਰ ਜਸਬੀਰ ਕੌਰ ਥਡਾਨੀ ਇਸ ਸਮੇਂ ਮੇਰੇ ਨਾਲ ਮੌਜੂਦ ਨੇ। ਉਹਨਾਂ ਤੋਂ ਕਈ ਸਵਾਲਾਂ ਦਾ ਅਸੀਂ ਜਵਾਬ ਲਵਾਂਗੇ ਜੋ ਤੁਹਾਡੇ ਲਈ ਜਾਣਕਾਰੀਪੂਰਨ ਹੋ ਸਕਦੇ ਨੇ। ਮੈਮ, ਤੁਹਾਡਾ ਇਸ ਗੱਲਬਾਤ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਮੈਮ, ਇੱਕ ਸਵਾਲ, ਕਿਉਂਕਿ ਬਹੁਤ ਸਾਰੇ ਜੋ ਸਾਡੇ ਦਰਸ਼ਕ ਨੇ ਉਹਨਾਂ ਵਾਸਤੇ ਉਹ ਹੋਏਗਾ ਕਿ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਸੁਣਨ ਦੇ ਵਿੱਚ ਤਾਂ ਬੜਾ ਨਾਮ ਉਸ ਤਰ੍ਹਾਂ ਦਾ ਲੱਗ ਰਿਹਾ ਕਿ ਬੜਾ ਕੁਝ ਐਡਵਾਂਸ ਕੰਮ ਕਰਦੇ ਨੇ ਜੋ ਤੁਸੀਂ ਕਰਦੇ ਵੀ ਹੋ, ਔਰ ਤੁਸੀਂ ਉਸ ਦੇ ਪ੍ਰੋਗਰਾਮਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਜਾ ਵੀ ਰਹੇ ਹੋ, ਖਾਸ ਕਰਕੇ ਪੁਲਿਸ ਨਾਲ ਕੰਮ ਕਰਨਾ ਹੋਏ। ਅੱਜ ਤੁਸੀਂ ਪੰਜਾਬ ਪਹੁੰਚੇ ਹੋਏ ਹੋ, ਪੰਜਾਬ ਪੁਲਿਸ ਨਾਲ ਵੀ ਕੰਮ ਕਰ ਰਹੇ ਹੋ। ਪਹਿਲਾ ਸਵਾਲ ਮੇਰਾ ਇਹ ਰਹੇਗਾ ਕਿ ਇਹ ਯੂਨੀਵਰਸਿਟੀ ਮਤਲਬ ਮੋਟੇ ਤੌਰ ਤੇ ਪੂਰੇ ਦੇਸ਼ ਦੀ ਸੁਰੱਖਿਆ ਨੂੰ ਕਿਸ ਤਰ੍ਹਾਂ ਧਿਆਨ 'ਚ ਰੱਖ ਕੇ ਕੰਮ ਕਰ ਰਹੀ ਹੈ? ਆਪਾਂ ਸਾਰੇ ਨੈਸ਼ਨਲ ਸਿਕਿਉਰਿਟੀ ਵਿੱਚ ਕੰਟਰੀਬਿਊਟ ਕਰਨਾ ਚਾਹੁੰਦੇ ਹਾਂ, ਬਟ ਸਵਾਲ ਹੈ ਕਿੱਦਾਂ ਕਰੀਏ। ਦੀ ਆਨਸਰ ਇਜ਼ ਰਾਸ਼ਟਰੀ ਰੱਖਿਆ ਯੂਨੀਵਰਸਿਟੀ। ਜੋ ਤੁਸੀਂ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਦੀ ਵੈਬਸਾਈਟ ਵਿੱਚ ਇਫ ਯੂ ਵਿਜ਼ਿਟ ਰਾਸ਼ਟਰੀ ਰੱਖਿਆ ਯੂਨੀਵਰਸਿਟੀਜ਼ ਵੈਬਸਾਈਟ, you will see number of courses and each and every course is focused on national security, be it forensic investigation, economic and financial crimes, anything, defense studies, any course you see, every course is focused on national security। ਜੋ ਕਿ ਅਕਸਰ ਨਾ ਆਮ ਬੰਦੇ ਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਸਿਕਿਉਰਿਟੀ ਨਾਲ ਰਿਲੇਟਡ ਕੋਰਸਿਸ ਤਾਂ ਬਹੁਤ ਹੁੰਦੇ ਆ, ਉਹ ਫਿਜ਼ੀਕਲ ਕੋਰਸਿਸ ਹੋ ਸਕਦੇ, ਗਨ ਚਲਾਉਣਾ ਜਾਂ ਜਾ ਕੇ ਤੁਸੀਂ ਬੈਟਲ ਗਰਾਊਂਡ ਦੀ ਪ੍ਰੈਕਟਿਸ ਲੈ ਰਹੇ ਹੋ, ਉਹ ਤਾਂ ਇੱਕ ਮੋਟੀ ਜਿਹੀ ਗੱਲ ਸਮਝ ਆਉਂਦੀ ਹੈ। ਪਰ ਅੱਜ ਦਾ ਦੌਰ ਇਕੱਲਾ ਬਾਰਡਰ ਨੂੰ ਸਿਕਿਉਰ ਕਰਨਾ ਨਹੀਂ ਹੈ। ਅੱਜ ਕੱਲ੍ਹ AI ਵਰਲਡ ਵੀ ਚੱਲ ਰਿਹਾ, ਅੱਜ ਕੱਲ੍ਹ ਸਾਈਬਰ ਸਿਕਿਉਰਿਟੀ ਵਾਲੀ ਜਿਹੜੀ ਗੱਲ ਤੁਸੀਂ ਕਹੀ ਉਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਅੱਜ ਕੱਲ੍ਹ ਸਾਈਬਰ ਸਿਕਿਉਰਿਟੀ ਦਾ ਥ੍ਰੈਟ ਇੰਨਾ ਜ਼ਿਆਦਾ ਹੈ ਕਿ ਘਰ 'ਚ ਬੈਠੇ ਲੋਕ ਹੀ ਠੱਗੇ ਜਾ ਰਹੇ ਹੈ ਜਾਂ ਬਰਬਾਦ ਤੱਕ ਹੋ ਜਾ ਰਹੇ ਹੈ। ਅਤੇ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਇਸ ਤਰ੍ਹਾਂ ਦੇ ਐਂਗਲ ਤੋਂ ਕਿਸ ਤਰ੍ਹਾਂ ਕੰਮ ਕਰ ਰਹੀ ਹੈ? ਜੀ, ਸੋ ਸਾਈਬਰ ਸਿਕਿਉਰਿਟੀ 'ਚ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ। ਅਸੀਂ ਹੁਣੇ ਵੀ 2 ਦਿਨ ਪੰਜਾਬ ਪੁਲਿਸ ਟੈਕਨੀਕਲ ਸਰਵਿਸਿਜ਼ ਦੇ ਨਾਲ ਸਾਈਬਰ ਸਿਕਿਉਰਿਟੀ AI ML ਦੇ ਵਿੱਚ ਟ੍ਰੇਨਿੰਗ ਪ੍ਰੋਵਾਈਡ ਕੀਤੀ। more than 250 police personnel participated from constable rank to gazetted officers, and the idea was how to use AI and ML in cyber security and prevention of our important data। ਹਿੰਦੁਸਤਾਨ ਦੇ ਵਿੱਚ ਇੱਕ ਸਵਾਲ ਬਾਰ-ਬਾਰ ਪੁੱਛਿਆ ਜਾਂਦਾ ਕਿ ਜੋ ਕਿਤਾਬਾਂ 'ਚ ਪੜ੍ਹਾਇਆ ਜਾ ਰਿਹਾ, ਜੋ ਗਰਾਊਂਡ 'ਤੇ ਰਿਐਲਿਟੀ ਹੈ,
ਉਹ ਬਹੁਤ ਡਿਫਰੈਂਟ ਹੁੰਦਾ। ਸਟੂਡੈਂਟ ਜਦੋਂ ਨਿਕਲ ਕੇ ਆਉਂਦਾ ਉਹ ਕੁਆਲਿਟੀ ਵਾਲਾ ਸਟੂਡੈਂਟ ਨਹੀਂ ਹੁੰਦਾ, ਬਲਕਿ ਉਹ ਅਕੈਡਮੀਆਂ ਵਾਲਾ ਆ ਜਾਂਦਾ, ਉਹਦੇ ਕੋਲ ਡਿਗਰੀਜ਼ ਜ਼ਰੂਰ ਹੁੰਦੇ, ਪ੍ਰੈਕਟੀਕਲ ਨਹੀਂ ਹੁੰਦਾ। ਪਰ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਜਿਸ ਤਰ੍ਹਾਂ ਕੰਮ ਕਰ ਰਹੀ ਹੈ, ਤੁਸੀਂ ਜੋ ਮੈਂ ਤੁਹਾਡੀ ਗੱਲ ਤੋਂ ਸਮਝ ਪਾ ਰਿਹਾ ਕਿ ਇਹ ਅਕੈਡਮਿਕਸ ਪਲੱਸ ਪ੍ਰੈਕਟੀਕਲ ਨੂੰ ਬਿਲਕੁਲ ਉਹ ਬ੍ਰਿਜ ਬਣਾ ਕੇ ਰੱਖ ਰਹੀ ਹੈ ਤਾਂ ਕਿ ਬੰਦੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਨਾ ਰਹੇ। So the combination of curriculum is 60% theory and 40% practical, ਪਰ ਹੁੰਦਾ ਇਹ ਜਿੰਨੇ ਵੀ ਸਾਡੇ programs and trainings and international global collaborations ਹਨ, ਉਹਦੇ ਵਿੱਚ ਸਾਡੇ students ਵੀ participate ਕਰਦੇ ਆ। They get posting at national organizations, like some of our students are partnering with state police, armed forces, some of our students are also working in Kashmir, working with the armed forces. ਇਹ ਗੱਲ ਕਹਿੰਦੇ ਹੋਏ ਕਿ ਮੈਂ ਸਹੀ ਹਾਂ ਮੈਡਮ ਕਿ ਇਸ ਯੂਨੀਵਰਸਿਟੀ ਦੇ ਕੋਰਸਿਸ ਉਹੀ ਆਪਟ ਕਰੇ ਜਿਸ ਨੂੰ ਪੈਸ਼ਨ ਹੋਵੇ ਆਪਣੇ ਦੇਸ਼ ਨੂੰ ਸਿਕਿਉਰ ਕਰਨ ਦਾ, ਉਹ ਗਲੋਬਲ ਥ੍ਰੈਟ ਚਾਹੇ ਉਹ AI ਦਾ ਹੋਵੇ ਜਾਂ ਸਾਈਬਰ ਸਿਕਿਉਰਿਟੀ ਦਾ ਹੋਵੇ, ਕਿਸੇ ਵੀ ਤਰ੍ਹਾਂ ਥ੍ਰੈਟ ਹੋਵੇ, ਪਰ ਇਹ 'ਚ ਇੱਕ ਪੈਸ਼ਨ ਜ਼ਰੂਰੀ ਹੈ। ਮਤਲਬ ਕਿ ਤੁਸੀਂ ਇੱਕ 9 to 5 ਜੌਬ ਵਾਲਾ ਕੰਮ ਨਹੀਂ ਕਰਨਾ, ਤੁਹਾਨੂੰ 24/7 ਇਸ ਦੇ ਵਿੱਚ ਕੰਮ ਕਰਨਾ ਪਏਗਾ। ਪਰ ਇਸ ਤਰ੍ਹਾਂ ਦੇ ਚੈਲੰਜਿੰਗ ਕੋਰਸਿਸ ਲੈਣ ਲਈ ਕਿੰਨੇ ਕੁ ਉਤਸ਼ਾਹਿਤ ਹੋ ਰਹੇ ਆ ਲੋਕ? ਤੁਹਾਡੀ ਤਾਂ ਸਟੱਡੀ ਵੀ ਕੰਮ ਕਰ ਰਹੀ ਹੋਏਗੀ ਇਸ 'ਤੇ, ਕਿ ਕਿੰਨੇ ਜੋ ਨੌਜਵਾਨ ਨੇ ਜਾਂ ਜੋ ਲੋਕ ਪ੍ਰੋਫੈਸ਼ਨਲਸ ਨੇ ਇਸ ਤੁਹਾਡੀ ਯੂਨੀਵਰਸਿਟੀ ਨੂੰ ਕਿਸ ਤਰ੍ਹਾਂ ਟੱਚ ਕਰ ਰਹੇ ਆ ਕਿ ਅਸੀਂ ਆਹ ਕੋਰਸਿਸ ਕਰਨੇ? ਇਸ ਯੂਨੀਵਰਸਿਟੀ ਦੇ ਮੇਨ ਤੇ ਰੀਜਨਲ ਕੈਂਪਸਸ ਹੈਗੇ। ਮੇਨ ਕੈਂਪਸ ਗੁਜਰਾਤ ਵਿੱਚ ਹੈ, ਅਦਰ ਕੈਂਪਸ ਇਨ ਉੱਤਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਐਂਡ ਕਰਨਾਟਕਾ ਐਂਡ ਪੁਦੂਚੇਰੀ। ਇਹਨਾਂ ਤੋਂ ਬਾਅਦ ਹੋਰ ਕੈਂਪਸਸ ਆਉਣ, ਨੈਕਸਟ ਅਕੈਡਮਿਕ ਈਅਰ ਵਿੱਚ ਹੋਰ ਕੈਂਪਸ ਆਉਣਗੇ। ਦੀ ਪੁਆਇੰਟ ਇਜ਼ ਵੀ ਆਰ ਟਰਾਈਂਗ ਟੂ ਰੀਚ ਆਊਟ ਟੂ ਐਜ਼ ਮੈਨੀ ਪੀਪਲ ਐਜ਼ ਵੀ ਕੈਨ, ਬਟ ਉਹੀ ਲੋਕ ਜਦੋਂ ਕੋਈ ਪੁੱਛਦਾ ਹੈ ਕਿ ਪਲੇਸਮੈਂਟ ਇਜ਼ ਮੋਰ ਦੈਨ 85%, ਬਟ ਜਦੋਂ ਕੋਈ ਸਟੂਡੈਂਟ ਐਂਟਰ ਕਰਦਾ ਹੈ, ਤੁਸੀਂ ਯੂ ਲੁੱਕ ਐਟ ਦੀ RRU ਸਟੂਡੈਂਟਸ, ਯੂ ਵਿਲ ਅੰਡਰਸਟੈਂਡ ਦੀ ਡਿਫਰੈਂਸ ਦੈਟ ਹਾਊ ਇਟ ਇਜ਼ ਡਿਫਰੈਂਟ ਫਰੋਮ ਅਨਦਰ ਯੂਨੀਵਰਸਿਟੀਜ਼। ਸਾਡੇ ਸਟੂਡੈਂਟਸ ਅੱਜ ਵੀ ਯੂਨੀਫਾਰਮ ਵਿੱਚ ਆਉਂਦੇ ਹਨ, and our students have certain kind of decor which you look at them and you realize that yes, they belong to national security's commitment and they have that passion for the national security. They are being trained in that manner. So placement, of course, it works very well if we talk about that, but as you rightly mentioned, those who have passion for the nation, they will definitely do very well in Rashtraksha University's ਕਿਉਂਕਿ ਇੱਥੇ ਨਾ campus. ਇੱਕ ਸਵਾਲ ਤੁਸੀਂ ਕਲੀਅਰ ਵੀ ਕਰਨਾ ਕਿ ਜੋ ਲੋਕ ਇਹ ਦੇਖ ਰਹੇ ਆ ਇੰਟਰਵਿਊ, ਉਹਨਾਂ ਨੂੰ ਇਹ ਲੱਗੇਗਾ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਤਾਂ ਆਪਣੇ ਆਪ ਨੂੰ ਬੜਾ ਪ੍ਰੋਜੈਕਟ ਕਰਦੀਆਂ ਕਿ ਸਾਡਾ ਇਹ ਕੋਰਸ ਹੈ, ਸਾਡਾ ਇਹ ਕੈਂਪਸ ਹੈ, ਉਹ ਬੜਾ ਓਬਵੀਅਸ ਜੀ ਗੱਲ ਲੱਗਦੀ ਹੈ ਨਾ। ਕਿ ਪਰ ਇੱਕ ਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਜੋ ਮਿਨਿਸਟਰੀ ਆਫ ਹੋਮ ਅਫੇਅਰਸ ਇਸ ਨੂੰ ਰਨ ਕਰਦੀ ਹੈ, ਉਹ ਪੂਰਾ ਐਸੋਸੀਏਟਡ ਹੈ, ਉਸ ਨੂੰ ਕੀ ਲੋੜ ਪੈਗੀ ਲੋਕਾਂ ਤੱਕ ਕਿਸ ਤਰ੍ਹਾਂ ਜਾਣ ਦੀ? ਠੀਕ ਹੈ, ਵੱਡੀ ਯੂਨੀਵਰਸਿਟੀ, ਲੋਕ ਆਪ ਹੀ ਸਰਚ ਕਰਕੇ ਆਉਣ, ਕੋਈ ਗੱਲ ਨਹੀਂ, ਤੁਹਾਨੂੰ ਲੋਕਾਂ ਤੱਕ ਪਹੁੰਚਣ ਦੀ ਕੀ ਲੋੜ ਹੈ? क्योंकि हम ऐसे चाहते हैं कि ऐसा ना हो कि हम जो सिर्फ यहाँ तक आए हम उन तक पहुँचे। ऐसे बहुत से लोग होंगे जिन्हें पता ही नहीं है कि वो नेशनल सिक्योरिटी के लिए कंट्रीब्यूट कर सकते हैं। अब कुछ लोगों को रहता है कि अगर मैंने साइकोलॉजी लिया है तो मैं कैसे नेशनल सिक्योरिटी में कंट्रीब्यूट कर सकते हैं। तो अगर हम आपको बताएं कि गुजरात में हमारे 4 सेंट्रल जेल में गुजरात, अहमदाबाद, राजकोट, सूरत, बड़ौदा, वहाँ पे हमारे क्लिनिकल एंड फॉरेंसिक साइकोलॉजिस्ट 5 days a वीक जाते हैं वहाँ पे इनमेट्स के साथ उनको रिहेबिलिटेशन काउंसलिंग प्रोवाइड कर रहे थे। इसी तरीके से हमारे क्लिनिकल एंड फॉरेंसिक साइकोलॉजिस्ट काफ़ी जगहों पे जाके अपनी सर्विसेज प्रोवाइड कर रहे हैं और अलग अलग जगह पे जहाँ पे बिहेवियर साइंस का हेल्प हो सकता है। तो आप आर्ट्स बैकग्राउंड से हैं, कॉमर्स बैकग्राउंड से हैं, अप्लाइड साइंस बैकग्राउंड से हैं, इंजीनियरिंग, जिस भी बैकग्राउंड से हैं, आप नेशनल सिक्योरिटी में कंट्रीब्यूट कर सकते हैं। ये बात बहुत लोगों को पता नहीं है। तो जब हम आज बात कर रहे हैं, मैं सब तक ये मैसेज पहुँचाना चाहूँगी कि आप किसी भी फील्ड से हैं, आप नेशनल सिक्योरिटी में जिस तरीके से कंट्रीब्यूट करना चाहते हैं, आपको राष्ट्रीय रक्षा यूनिवर्सिटी एक बार ज़रूर विजिट करनी चाहिए, वेबसाइट ज़रूर देखनी चाहिए। एक सवाल हो रहा है मेरा कि राष्ट्रीय रक्षा यूनिवर्सिटी तो मान लो कि किसी ने कोर्स कर लिया, ਕੋਰਸ ਦੀ ਡਿਗਰੀ ਹਾਸਲ ਕਰ ਲਈ, ਪਰ ਇੱਕ ਸਮੇਂ ਤੋਂ ਬਾਅਦ ਉਹਨੂੰ ਲੱਗਿਆ ਕਿ ਮੈਂ ਜੋ ਗਵਰਨਮੈਂਟ ਦੇ ਪ੍ਰੋਗਰਾਮਸ ਨੇ ਮੈਂ ਉਹਦੇ ਵਿੱਚ ਨਹੀਂ ਜਾਣਾ, ਮੈਂ ਉਸ ਤੋਂ ਆਪਣੀ ਡਿਗਰੀ ਲਈ ਯੂਨੀਵਰਸਿਟੀ ਤੋਂ ਔਰ ਜਾ ਕੇ ਮੈਂ ਕਿਸੇ ਹੋਰ ਪਾਸੇ ਆਪਣਾ ਅਪਲਾਈ ਕਰ ਸਕਦਾ ਪ੍ਰਾਈਵੇਟ ਸੈਕਟਰ ਦੇ ਵਿੱਚ। ਇਹ ਡਿਗਰੀਜ਼ ਕਿੰਨੀਆਂ फ़ायदेमंद साबित हो सकती है? जी, ये MHA के अंदर आता है, INI, इंस्टीट्यूट ऑफ नेशनल इंपॉर्टेंस। तो डेफिनेटली डिग्री तो बहुत ही ज़्यादा वैलिड है, क्रेडिबिलिटी वाली है। तो कितने स्टूडेंट्स वो चूज़ करते हैं, जैसे हमारे कुछ स्टूडेंट्स हैं वो इंडिपेंडेंट कंसल्टेंसी में जाते हैं, हम उनको एनकरेज भी करते हैं कि आप अपने स्टार्टअप देख सकते हैं जो सिक्योरिटी से रिलेटेड हो, आप उसमें रिसर्च कर सकते हैं। जैसे कुछ स्टूडेंट्स हैं दोज हु चूज़ टू राइट फॉर पर्टिकुलर एरियाज, नेशनल सिक्योरिटी और डिफेंस से रिलेटेड लिखना चाहते हैं, तो हम उस चीज़ के लिए इनकरेज करते हैं। कुछ इन्वेस्टिगेशन में कंसल्टेंसी प्रोवाइड करना चाहते हैं, कुछ फाइनेंशियल फ्रॉड इन्वेस्टिगेशन
में अपने किसी और ऑर्गेनाइजेशन के साथ, जैसे हमारे कुछ स्टूडेंट्स बैंक्स के साथ काम कर रहे हैं जो कि फाइनेंशियल फ्रॉड इन्वेस्टिगेशन के एक्सपर्ट्स हैं, तो प्राइवेट ऑर्गेनाइजेशन में भी कर सकते हैं, अपने स्टार्टअप्स भी दे सकते हैं, इंडिपेंडेंट कंसल्टेंसी भी देख सकते हैं, गवर्नमेंट ऑर्गेनाइजेशन तो डेफिनेटली जा सकते हैं। ਤੁਹਾਡੀ ਯੂਨੀਵਰਸਿਟੀ ਤੁਹਾਡੇ ਕੈਂਪਸ ਜਾਂ ਰਿਲੇਟਡ ਜੋ ਡਿਪਾਰਟਮੈਂਟਸ ਨੇ ਉਹਨਾਂ 'ਚ ਕਿੰਨੇ % ਤੱਕ ਬੱਚੇ ਆਬਜ਼ਰਵ ਹੋ ਜਾਂਦੇ ਕੋਰਸ ਖਤਮ ਕਰਦੇ ਹੀ? हमारा जो प्लेसमेंट का रेशियो है 85% से ज़्यादा है, और उसमें जैसे हमारे इतने कैंपसेस आ रहे हैं, हम एक्सपर्ट्स एरियाज़ में अपने स्टूडेंट्स को तो एब्जॉर्ब करते ही हैं, लेकिन अगर आप टू बी वेरी ऑनेस्ट, प्लेसमेंट इज़ वन एरिया। बच्चों की जो ओवरऑल इन्हेंसमेंट और डेवलपमेंट एंड एक्सपोजर होता है वो एक लाइफ लॉन्ग लर्निंग होती है। तो अगर आप स्पेसिफिक परसेंटेज पूछें तो मैं अगर 85 भी कहूँ तो बहुत अंडरमाइन करके कह रही हूँ, 85% से ज़्यादा हमारे बच्चों का प्लेसमेंट हो रहा था। तो प्लेसमेंट में कोई इशू नहीं है। आप चाहे देखें तो डिफेंस जर्नलिज्म की बात करें, काउंटर टेररिज्म की बात करें, पुलिस एडमिनिस्ट्रेशन की बात करें, फिजिकल एजुकेशन से रिलेटेड बात करें, बिहेवियरल साइंस, आप कॉमर्स बैकग्राउंड के बच्चों में अगर देखिए फाइनेंशियल फ्रॉड इन्वेस्टिगेशन के कोर्सेज हैं, आईटी के बच्चों में देखें साइबर सिक्योरिटी से रिलेटेड कोर्सेज हैं, तो ये प्राइवेट इंडस्ट्रियल सिक्योरिटी में भी हम फोकस कर रहे हैं। तो ये सारे जो कोर्सेज कर रहे हैं, और उसके साथ साथ हमारा कितने ही सिक्योरिटी ऑर्गेनाइजेशन के साथ एमओयू है, ऑलमोस्ट सभी स्टेट पुलिस के साथ हमारा एमओयू है, जैसे पंजाब पुलिस के साथ भी हमारा एमओयू है। तो जहाँ जहाँ हमारे एमओयू हैं उस एमओयू के तहत एक्टिविटीज़ होती रहती हैं, और वहाँ पे हर इस तरीके की एक्टिविटी में हमारे स्टूडेंट्स को एक्सपोजर मिलता है, और जब उनको ये एक्सपोजर मिल रहा है, वो खुद इसमें पार्टिसिपेट कर रहे होते हैं, तो उनका विजन ब्रॉड हो जाता है कि हमें स्पेसिफिकली किस एरिया में काम करना है, क्या करना है। सो इफ़ यू लुक एट आवर स्टूडेंट्स एंड इफ़ यू टॉक टू देम इंटरनेशनल रिलेशन, दे आर बी एबल टू टॉक अबाउट इट। इफ़ यू आस्क देम देयर करंट अफेयर्स ओपिनियन, दे विल हैव ओपिनियन अबाउट इट, क्योंकि वो कंटिन्यूसली उस इन्वायरमेंट में ग्रो कर रहे हैं जहाँ पे दिन रात हम नेशनल सिक्योरिटी एंड करंट अफेयर्स एंड अवेयरनेस एंड पैशन, कमिटमेंट टू द नेशन, इसके बारे में पढ़ा रहे हैं और वही प्रैक्टिस कर रहे हैं। जो ਇਸ ਯੂਨੀਵਰਸਿਟੀ ਵਿੱਚ ਵਿਦੇਸ਼ ਤੋਂ ਵੀ ਬੱਚੇ ਆ ਕੇ ਆਪਣੇ ਕੋਰਸਿਸ ਪੂਰੇ ਕਰ ਰਹੇ ਹੈ, ਕਿਉਂਕਿ ਆਪਣੇ ਪਰਟੀਕੂਲਰ ਨੇਸ਼ਨਸ ਦੇ ਵਿੱਚ ਜਾ ਕੇ ਕੰਟਰੀਬਿਊਟ ਕਰਨਗੇ, ਤਾਂ ਇਸ ਤਰ੍ਹਾਂ ਦਾ ਵੀ ਕੋਈ ਕੋਰਸ ਹੈ ਤੁਹਾਡੇ ਕੋਲ? सारे कोर्सेज में इंटरनेशनल स्टूडेंट्स के लिए ओपनिंग्स रहती हैं, और हमारे पास गुड नंबर, इनफ सिग्निफिकेंट नंबर ऑफ इंटरनेशनल स्टूडेंट्स आते हैं। इंटरनेशनल स्टूडेंट्स के अलावा हमारे पास इंटरनेशनल ट्रेनिंग के लिए इंटरनेशनल पुलिस काफ़ी आ रही थी। वाइल आई एम टॉकिंग टू यू राइट नाउ, इस वक्त भी 21 कंट्रीज से कैंडिडेट्स राष्ट्रीय रक्षा यूनिवर्सिटी में ट्रेनिंग ले रहे हैं। पुलिस डिपार्टमेंट से? पुलिस डिपार्टमेंट से, कुछ पुलिस डिपार्टमेंट्स रहते हैं और डिपार्टमेंट से भी रहते हैं। स्पेसिफिक स्पेशलाइजेशन उनकी जो उसमें हम दे रहे हैं, जैसे लास्ट हमारा जो ट्रेनिंग था वो ह्यूमन ट्रैफिकिंग से रिलेटेड था। तो ह्यूमन ट्रैफिकिंग हो गया, ह्यूमन राइट्स हो गए, फिनेंशियल इकोनॉमिक क्राइम्स हो गए, फॉरेंसिक इन्वेस्टिगेशन हो गया, बिहेवियरल साइंस होगा, ये हर तरह की ट्रेनिंग्स हम इंटरनेशनल ट्रेनिंग्स भी प्रोवाइड कर रहे हैं। अगला सवाल मैम ये कि ਹੁਣ ਮੋਟੀ ਜੀ ਗੱਲ ਇਹ ਸਮਝ ਆ ਰਹੀ ਹੈ ਕਿ ਇਹ ਯੂਨੀਵਰਸਿਟੀ ਹਰ ਤਰ੍ਹਾਂ ਦੇ ਕੋਰਸ ਬੈਕਗਰਾਉਂਡ ਵਾਲੇ ਦੇ ਲਈ ਸਭ ਕੁਝ ਪ੍ਰੋਵਾਈਡ ਕਰਵਾ ਰਹੀ ਹੈ, ਜੇ ਮੈਂ ਸਹੀ ਹਾਂ ਇਸ ਮਾਮਲੇ ਦੇ ਵਿੱਚ। ਦੂਜੀ ਗੱਲ ਇਹ ਹੈ ਕਿ ਜੋ ਲੋਕ ਡਿਫੈਂਸ ਫੋਰਸਿਸ 'ਚ ਕੰਮ ਕਰ ਰਹੇ, ਚਾਹੇ ਉਹ ਮਿਲਟਰੀ 'ਚ ਹੈ, ਚਾਹੇ ਪੁਲਿਸ 'ਚ ਹੈ, ਜਾਂ ਕਿਸੇ ਹੋਰ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਹੈ, ਕੋਈ ਕਾਂਸਟੇਬਲ ਹੈ, ਕੋਈ ऑफिसर रैंक ਦੇ ਹੈ, ਇਹ ਸਭ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨ ਦੇ ਲਈ कोर्सेस ऑप्ट कर सकते हैं ਇੱਥੋਂ? हाँ जी, वो कर रहे होते हैं। हमारे काफ़ी सारे कोर्सेज हाइब्रिड तो हैं ही, लेकिन जैसे हमारा एक डिपार्टमेंट है एफिलिएशन एंड एक्रेडिटेशन, उसमें ये रहता है कि जो ट्रेनिंग, अब जैसे देखिए पहले से कैसा होता है कि पुलिस ऑफिसर्स जब वो क्वालिफाई करके एग्ज़ाम दे के ट्रेनिंग में आ जा रहे हैं, उनका रिक्रूटमेंट हो गया, उनकी जो ट्रेनिंग है वो ट्रेनिंग अपग्रेडेशन उनका पुलिस अकेडमीज़ में होता रहता है, ट्रेनिंग अकेडमीज़ में तो होता रहता है, लेकिन उनकी एजुकेशनल क्वालिफिकेशन वहीं रहती है। तो जब वो रिटायर होते हैं या कोई स्पेसिफिक प्रोफाइल में जाना चाहते हैं तो उससे रिलेटेड डिग्री नहीं होती। तो अब राष्ट्रीय रक्षा यूनिवर्सिटी ये करिए कि जो उनकी ट्रेनिंग है वो सिलेबस को हम लेके एक्रेडिट एफिलिएट करते हैं हमारी यूनिवर्सिटी के साथ, उस ट्रेनिंग को हम अपने यूनिवर्सिटी के एफिलिएशन एक्रेडिटेशन के तहत उनको वो पोस्ट ग्रेजुएशन डिप्लोमा, जिस चीज़ के लिए वो एलिजिबल हो अंडर द नेशनल एजुकेशन पॉलिसी, तो डिप्लोमा हो गया, पोस्ट ग्रेजुएशन डिप्लोमा या सर्टिफिकेट कोर्स, वो उनको दिया जाता है। अब इससे पुलिस के लिए इतना आसान हो जाएगा कि वो स्पेसिफिक प्रोफाइल डेवलप करना चाहते हैं या अपने रिटायरमेंट के बाद अपना करियर किसी स्पेसिफिक ऑर्गेनाइजेशन में बनाना चाहते हैं, तो उनके लिए बहुत बेनिफिट हो जाता है। कोई शख्स है बैंक ਦੇ ਵਿੱਚ ਕੈਸ਼ੀਅਰ ਹੈ, ਕੰਮ ਤਾਂ ਉਹ ਕਰ ਰਿਹਾ ਹੈ ਆਪਣੀ ਲਾਈਵਲੀਹੁੱਡ ਲਈ, ਹੈ ਨਾ, ਕਿ ਰੋਜ਼ 9 ਤੋਂ 5 ਡਿਊਟੀ ਆ ਰਿਹਾ ਹੈ, ਪੈਸ਼ਨ ਕਿਤੇ ਹੋਰ ਹੈ ਕਿ ਉਹ ਕਹੇ ਕਿ ਮੈਂ ਹੋ ਸਕਦਾ ਕਿ ਸਾਈਬਰ ਸਿਕਿਉਰਿਟੀ, ਮੈਂ ਬਾਰ-ਬਾਰ ਇਸੇ ਜ਼ਿਕਰ ਕਰ ਰਿਹਾ, AI ਦੇ ਵਿੱਚ ਆਪਣਾ ਜੋ ਨੌਲੇਜ ਨੂੰ ਐਨਹਾਂਸ ਕਰਨਾ ਚਾਹੁੰਦਾ, ਔਰ ਇਸ ਦੇ ਲਈ ਬਿਨਾਂ ਜੌਬ ਛੱਡੇ ਕੋਰਸ ਕੰਪਲੀਟ ਕਰਨ ਦੇ ਕੀ ਕ੍ਰਾਈਟੇਰੀਆ ਨੇ?
तो हाइब्रिड कोर्सेज हमारे काफ़ी सारे रहते हैं। हाइब्रिड में ये रहता है कि जो जिस एरिया में आपने लिया है तो काफ़ी सारे आपको वर्चुअल क्लासेस दी जाती हैं, बट वर्चुअल क्लासेस आर नॉट जस्ट यूजुअल वर्चुअल क्लासेस। आपको बहुत अच्छे से इंगेजिंग और कॉन्वर्जेशनल वे में आपको क्लासेस दी जाती हैं, लाइव क्लासेस होती हैं। हमारी एक्सपर्ट फैकल्टी जो वहाँ फिजिकल मोड में पढ़ा रही होती हैं वही यहाँ पे देख रही होती हैं। केस स्टडी बेस्ड उनको दिया जाता है लर्निंग मॉड्यूल कि आप ये केस स्टडी को देखें और सिमिलर केस स्टडीज़ को डेवलप करें, उनके एग्जाम्स भी पेपर ताकि वो बोरिंग ना रहे, आपको बिल्कुल प्रैक्टिकल तौर पे पढ़ाया जाए। और केस स्टडीज़ भी मेड अप केस स्टडीज़ नहीं होती, लाइव केस स्टडीज़ हो रहे होते हैं, क्योंकि हमारे यहाँ एक्सपीरियंस जो 4 और 5 डिकेड्स का एक्सपीरियंस हो, वही नेशनल सिक्योरिटी ऑर्गेनाइजेशन के लोग भी हैं वहाँ पे, हमारे सर्विंग ऑफिसर्स थे जो, तो उनकी हेल्प से हम केस स्टडीज़ मॉड्यूल्स भी डेवलप कर रहे होते हैं। तो वो केस स्टडीज़ उनका लर्निंग मॉड्यूल होता है, स्टडी मटीरियल हो जाता है। और कुछ टाइम फिर हम उनको अपने कैंपस बुलाते हैं जहाँ पे उनको लैब और प्रैक्टिकल वर्क जो है वो हम करवा रहे होते हैं। ਹੁਣ ਇਸ ਯੂਨੀਵਰਸਿਟੀ ਦੇ ਵਿੱਚ ਮੰਨ ਲਓ ਕਿ ਕੋਈ ਕੋਰਸ ਸਮਝ ਆ ਰਿਹਾ ਜਾਂ ਉਸ ਦੇ ਬਾਰੇ ਜਾਣਕਾਰੀ ਵੀ ਲੈਣੀ ਹੈ, ਤਾਂ ਉਸ ਕੋਰਸ ਦੀ ਐਂਟਰੈਂਸ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ? ਰਾਸ਼ਟਰੀ ਰੱਖਿਆ ਯੂਨੀਵਰਸਿਟੀ ਦੇ ਵਿੱਚ ਮੈਂ ਜਾ ਕੇ ਕੋਰਸ ਕਰਨਾ ਚਾਹੁੰਦਾ, ਤਾਂ ਉੱਥੇ ਕੋਈ ਐਂਟਰੈਂਸ ਕ੍ਰਾਈਟੇਰੀਆ ਵੀ ਹੈ, ਚਾਹੇ ਉਹ ਹਾਈਬ੍ਰਿਡ ਹੋਵੇ ਚਾਹੇ ਔਨ ਕੈਂਪਸ ਹੋਵੇ? ਔਰ ਫੀਸਿਸ ਦੇ ਬਾਰੇ ਵੀ ਦੱਸਣਾ। ਫੀਸ ਦੇ ਉੱਪਰ ਆਵਾਂਗਾ, ਔਰ ਪਹਿਲਾਂ ਇਸ ਸਵਾਲ ਦਾ ਜਵਾਬ ਕਿ ਐਂਟਰੈਂਸ ਵੀ ਕਿਸੇ ਤਰ੍ਹਾਂ ਦਾ ਹੁੰਦਾ, ਹਰ ਇੱਕ ਕੋਰਸ ਲਈ ਹੁੰਦਾ, ਕੁਝ ਕੋਰਸਿਸ ਲਈ ਹੈ? ਤੁਸੀਂ ਜਦੋਂ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਦੀ ਵੈਬਸਾਈਟ ਵਿੱਚ ਲੌਗਇਨ ਕਰੋਗੇ, ਜਦੋਂ ਤੁਸੀਂ ਵਿਜ਼ਿਟ ਕਰੋਗੇ, ਉੱਥੇ ਸਾਰੇ ਕੋਰਸਿਸ ਦੀ ਡਿਟੇਲਸ, ਗਾਈਡਲਾਈਨਸ, ਸਿਲੇਬਸ ਫॉर ਐਂਟਰੈਂਸ ਐਗਜ਼ਾਮ, ਫੀਸ ਐਂਡ ਸਪੈਸੀਫਿਕਲੀ ਦੀ ਪੁਆਇੰਟ ਆਫ ਕੰਟੈਕਟ, ਫੈਕਲਟੀ ਦਾ ਨੰਬਰ ਵੀ ਉੱਥੇ ਹੋਏਗਾ, ਤੁਸੀਂ ਉਹਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ। ਤੇ ਉੱਥੇ ਚੈਟ ਬੋਟ ਵੀ ਹੈ, ਤੁਸੀਂ ਆਪਣੀ ਕੁਐਰੀ ਲਿਖੋ ਤੇ ਉਹ ਰਿਸਪੌਂਡ ਕਰਨਗੇ, ਆਟੋਮੈਟਿਕ AI ਬੇਸਡ ਚੈਟ ਬੋਟਸ ਵੀ ਹੈ। ਅਤੇ ਨੰਬਰਸ ਵੀ they've given the numbers, we have given the numbers, you can just directly call and you can find all the details there. ਔਰ ਫੀਸਿਸ ਦੇ ਬਾਰੇ ਉਹ ਕੋਰਸ ਵਾਈਜ਼ ਮੈਨੂੰ ਪਤਾ ਕਿ ਅਲੱਗ-ਅਲੱਗ ਹੋਏਗਾ, ਪਰ ਉਹ ਮੰਨ ਲਓ ਕਿ ਕੋਈ ਕੋਰਸ ਮੈਨੂੰ ਸਮਝ ਆਇਆ ਕਿ ਮੈਂ ਇਹ ਕੋਰਸ ਕਰਨਾ ਹੈ, ਜਸਟ ਇਨ ਕੇਸ ਕਿ ਉਸ ਦੀ ਕੋਈ ਪਰ ਸਮੈਸਟਰ ਫੀਸ ਹੋਏਗੀ, ਐਨੂਅਲ ਹੋਏਗੀ, ਬੈਂਕ ਲੋਨ ਵੀ ਅਵੇਲੇਬਲ ਹੋਣਗੇ, ਕਿਉਂਕਿ ਬਹੁਤ ਸਾਰੇ ਕੁਐਸਚਨਸ ਇੱਕ ਆਮ ਸ਼ਖਸ ਦੇ ਦਿਮਾਗ 'ਚ ਆਣਗੇ, ਤੇ ਉਸ ਦੇ ਬਾਰੇ ਕੀ ਹੈ? सो पर सेमेस्टर फीस है एंट्रेंस एग्जाम के बाद एक फर्स्ट एंट्रेंस एग्जाम दैन पर सेमेस्टर फीस, बैंक लोन्स आर ऑल्सो अवेलेबल एंड स्कॉलरशिप ऑप्शंस आर ऑल्सो अवेलेबल। And the best part is for every course there's one dedicated faculty and there are academic counselor also, so there are senior students who will answer you। ऐसा नहीं है कि सिर्फ फैकल्टी जवाब दे रहे हैं, जो सीनियर स्टूडेंट्स वहाँ पे रह चुके हैं वो भी आपके क्वेश्चंस के आंसर देंगे डिटेल में, फैकल्टी भी देंगे और जो एडमिन के लोग हैं वो भी देंगे। और AI बेस्ड चैटबोर्ड भी आपको ऑटोमेटिक ऑन द स्पॉट रिस्पॉन्स भी मिल जाता है। एंड द बेस्ट पार्ट इज विदिन 24 आवर्स किसी भी तरीके की क्वेरी हो हम रिस्पॉन्ड कर देते हैं, कि अगर कोई ईमेल भी आता है विदिन 24 आवर्स वी रिस्पॉन्ड दैट एज वेल। और नंबर डायरेक्ट कॉन्टैक्ट नंबर्स भी हमने दिए हुए। ਪੰਜਾਬ ਪੁਲਿਸ ਦੀ ਅਸੀਂ ਗੱਲ ਕਰ ਰਹੇ ਸੀ, ਮਤਲਬ ਕਿ ਐਗਜ਼ਾਮਪਲ ਹੀ ਹੈ ਇਹ ਕਿ ਹਰ ਇੱਕ ਫੋਰਸ ਦੇ ਵਿੱਚ ਏਜ ਗੈਪ ਹੈ, ਨੌਲੇਜ ਸ਼ੇਅਰਿੰਗ ਦਾ ਵੀ ਡਿਫਰੈਂਸਿਸ ਹੈਗੇ ਆ। ਤੁਹਾਡੇ ਚੈਲੰਜਸ ਕਿੰਨੇ ਵੱਧ ਜਾਂਦੇ ਹੈ ਕਿ ਪਹਿਲਾਂ ਤਾਂ ਪੂਰੇ ਡਿਪਾਰਟਮੈਂਟ ਨੂੰ ਇੱਕ ਲਾਈਨ 'ਤੇ ਲੈ ਕੇ ਆਓ, ਫਿਰ ਉਸ ਤੋਂ ਅੱਗੇ ਦਾ ਕੰਮ ਕਰਾਓ? चैलेंजेस तो आते हैं जी, बट वी मैनेज विद बिकॉज वी ऑल्सो कवर द ऑर्गेनाइजेशनल बिहेवियर पार्ट। सो ऑर्गेनाइजेशनल बिहेवियर अदर ऑर्गेनाइजेशन, the security organization is different है, so as per the rank they have to behave, as per the hierarchy protocol they have to behave, that is one area। but yes, with specific training programs it gets manage हो जाता है, मतलब कि उनको सेम पेज पे ले आएँ। बेसिकली हम बिहेवियर साइंसेस के स्पेसिफिक थियरी बेस्ड प्रोग्राम्स ले लेते हैं कि हम अंडरस्टैंड करें कि हमें ये करना क्यों है। फर्स्ट हम वहाँ से स्टार्ट करते हैं कि अगर हमें कोलैबोरेटिव एफर्ट्स भी डालते हैं तो हमें करना क्यों है। देन इट कम्स फॉर द बिगर प्रोडक्टिव रेजोल्यूशन, कि अगर हम ये साथ में अगर हम एक लाइन पे हैं तो ही हम बाहर प्रोडक्टिव रिजल्ट्स प्रोवाइड कर सकते हैं। तो ये चैलेंजेस फॉर श्योर आते हैं, लेकिन थैंकफुली राष्ट्रीय रक्षा यूनिवर्सिटी हैज़ दीज स्पेसिफिक एक्सपर्ट्स एंड ट्रेनिंग प्रोग्राम्स एंड वी डील विद दैट। ਜੰਮੂ ਕਸ਼ਮੀਰ ਦੀ ਗੱਲ ਕਰ ਲਈਏ, ਨਾਰਥ ਈਸਟ ਦੀ ਗੱਲ ਕਰ ਲਈਏ, ਜਾਂ ਸ਼੍ਰੀਲੰਕਾ ਵਾਲੇ ਪਾਸੇ ਦੀ ਗੱਲ ਕਰ ਲਈਏ, ਕੋਸਟਲ ਏਰੀਆ ਦੀ ਗੱਲ ਕਰ ਲਈਏ, ਉਹ ਇੰਨੀ ਰਿਚ ਲੈਂਡ ਹੈ ਇਹ, ਤੇ ਸਿਕਿਉਰਿਟੀ ਚੈਲੰਜਸ ਵੀ ਉਨੇ ਹੀ ਜ਼ਿਆਦਾ ਹੋ ਜਾਂਦੇ ਆ। ਤੇ ਉਸ ਤਰ੍ਹਾਂ ਦੀ ਚੀਜ਼ਾਂ ਨੂੰ ਵੀ ਡਿਜ਼ਾਈਨ ਕਰਦੇ ਹੋਏ ਤੁਹਾਡੇ ਕੋਰਸਿਸ ਨੇ? हाँ जी, हाँ जी, जिदा कोई कोस्टल एरिया ਦਾ ਸਟੇਟ ਉਹਦਾ ਆਪਾਂ ਕੋਸਟਲ ਪੁਲਿਸਿੰਗ ਦੇ ਕੋਰਸਿਸ ਹਨ, ਤੇ ਟੂਰਿਜ਼ਮ ਦੇ ਲਈ ਤਾਂ ਟੂਰਿਜ਼ਮ ਪੁਲਿਸਿੰਗ ਦੇ ਕੋਰਸਿਸ ਹਨ, VIP ਸਿਕਿਉਰਿਟੀ ਦੇ ਕੋਰਸਿਸ ਹਨ, ਤੇ ਪ੍ਰਾਈਵੇਟ ਸਿਕਿਉਰਿਟੀ ਦੇ ਕੋਰਸਿਸ ਹਨ। ਸਿਮਿਲਰਲੀ ਵੀ ਹੈਵ ਕੋਰਸਿਸ ਵੇਅਰ ਨਕਸਲਾਈਟ ਟ੍ਰੇਨਿੰਗ ਇਜ਼ ਰਿਕਵਾਇਰਡ, ਕਾਊਂਟਰ ਟੈਰਰਿਜ਼ਮ। ਸਟੇਟ ਵਾਈਜ਼ ਜਿੱਦਾਂ ਦੇ ਚੈਲੰਜਸ ਉੱਦਾਂ ਦੀ ਟ੍ਰੇਨਿੰਗ ਆਪਾਂ ਡਿਜ਼ਾਈਨ ਕਰਦੇ ਹਾਂ ਤੇ ਪ੍ਰੋਵਾਈਡ ਕਰਦੇ ਹਾਂ ਜੀ। ਸੋ ਦੇਸ਼ ਲਈ ਜੇ ਤੁਸੀਂ ਪੈਸ਼ਨੇਟ ਹੋ, ਦੇਸ਼ ਵਾਸਤੇ ਕੁਝ ਕਰਨ ਲਈ ਪੈਸ਼ਨੇਟ ਹੋ, ਤੁਹਾਡੀ ਕੋਈ ਵੀ ਫੀਲਡ ਹੋਵੇ, ਅਕਾਊਂਟਸ ਹੋਵੇ, ਰਾਈਟਿੰਗ ਪਾਰਟ ਹੋਵੇ, ਤੇ ਐਨਾਲੀਟੀਕਲ ਸਕਿੱਲਸ ਹੋਵੇ, ਐਨੀ ਫੀਲਡ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਪਾਰਟ ਹੋਏ, ਕੋਈ ਵੀ ਬੈਕਗਰਾਊਂਡ ਹੋਏ, ਇਹ ਯੂਨੀਵਰਸਿਟੀ ਵਿੱਚ ਕੋਈ ਨਾ ਕੋਈ ਕੋਰਸ ਅਸੀਂ ਤੁਹਾਡੇ ਲਈ ਜ਼ਰੂਰ ਆਫਰ ਕਰ ਰਹੇ ਹਾਂ।